2 ਸਾਲ ਪਹਿਲਾਂ ਗਲਵਾਨ ਘਾਟੀ ਵਿੱਚ ਚੀਨੀ ਸੈਨਿਕਾਂ ਨਾਲ ਹੋਏ ਖੂਨੀ ਮੁਕਾਬਲੇ ਵਿੱਚ 20 ਸਾਥੀ ਸੈਨਿਕਾਂ ਸਮੇਤ ਸ਼ਹੀਦ ਹੋਏ ਫੌਜ ਦੀ 3 ਮੀਡੀਅਮ ਰੈਜੀਮੈਂਟ ਦੇ ਫੌਜੀ ਮੈਡਲ ਜੇਤੂ ਨਾਇਬ ਸੂਬੇਦਾਰ ਸਤਨਾਮ ਸਿੰਘ ਦਾ ਦੂਜਾ ਸ਼ਰਧਾਂਜਲੀ ਸਮਾਗਮ ਸ਼ਹੀਦ ਦੇ ਜੱਦੀ ਪਿੰਡ ਭੋਜਰਾਜ ਵਿਖੇ ਕਰਵਾਇਆ ਗਿਆ। ਜਨਰਲ ਸਕੱਤਰ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਕੁੰਵਰ ਰਵਿੰਦਰ ਵਿੱਕੀ ਦੀ ਪ੍ਰਧਾਨਗੀ ਹੇਠ ਇਹ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਆਪ ਦੇ ਹਲਕਾ ਇੰਚਾਰਜ ਗੁਰਦੀਪ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹਨਾਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਗੁਰਦੀਪ ਰੰਧਾਵਾ ਨੇ ਕਿਹਾ ਕਿ ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ ਵਰਗੇ ਬਹਾਦਰ ਸੂਰਬੀਰਾਂ ਦੀ ਸ਼ਹਾਦਤ ਦੇਸ਼ ਦਾ ਬੜਮੁੱਲਾ ਵਿਰਸਾ ਹੈ। ਕੁੰਵਰ ਰਵਿੰਦਰ ਵਿੱਕੀ ਨੇ ਕਿਹਾ ਕਿ ਖੁਸ਼ਕਿਸਮਤ ਹਨ ਉਹ ਲੋਕ ਜਿਨ੍ਹਾਂ ਨੂੰ ਕੁਰਬਾਨੀ ਦੇ ਕੇ ਦੇਸ਼ ਦਾ ਕਰਜ਼ਾ ਚੁਕਾਉਣ ਦਾ ਮੌਕਾ ਮਿਲਦਾ ਹੈ। ਉਹਨਾਂ ਕਿਹਾ ਕਿ ਸ਼ਹੀਦ ਅਮਰ ਰਹਿੰਦੇ ਹਨ, ਪਰ ਅਸਲ ਵਿੱਚ ਸ਼ਹੀਦ ਉਦੋਂ ਮਰ ਜਾਂਦੇ ਹਨ ਜਦੋਂ ਸਰਕਾਰਾਂ ਤੇ ਦੇਸ਼ ਵਾਸੀ ਉਸ ਦੀ ਸ਼ਹਾਦਤ ਨੂੰ ਭੁੱਲ ਜਾਂਦੇ ਹਨ। ਸ਼ਹੀਦ ਲੈਫਟੀਨੈਂਟ ਨਵਨੀਤ ਅਸ਼ੋਕ ਚੱਕਰ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ ਅਤੇ ਐਸਟੀਓ ਨਰੇਸ਼ ਤ੍ਰਿਪਾਠੀ ਨੇ ਕਿਹਾ ਕਿ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕਰਕੇ ਸ਼ਹੀਦ ਪਰਿਵਾਰਾਂ ਦਾ ਮਨੋਬਲ ਉੱਚਾ ਹੁੰਦਾ ਹੈ, ਉਹਨਾਂ ਦਾ ਆਪਣਾ दुख थोड़ा हल्का हो जाता है। 2 साल पहले गलवान घाटी में शहादत का जाम पीने वाले हमारे जो 20 सैनिक जो है उनकी शहादत को सारा देश एक सुर में याद कर रहा है। उसी कड़ी में गांव भोजराज में नायक सूबेदार सतनाम सिंह सेना मेडल जी का आज हमने दूसरा श्रद्धांजलि समारोह जो है हमने आयोजित किया। नायक सूबेदार सतनाम सिंह एक बहुत ही बहादुर सैनिक थे जिन्होंने उस चीनी सैनिकों के साथ वीरता से लड़ते हुए अपना बलिदान दे दिया। परिवार को कभी ना पूरा होने वाला जो घाटा पड़ा है इसकी भरपाई तो नहीं हो सकती, लेकिन परिवार के लिए गर्व की बात भी है। सैकड़ों रोज़ मरते हैं, कोई किसी को याद नहीं करता, लेकिन एक शहीद की मौत पर देवता भी फूल अर्पित करते हैं। किसी ने फूल से उसकी अंतिम इच्छा पूछी तो फूल ने गर्व से सीना चौड़ा कर कहा कि चाह नहीं सुरबाला के गहनों में गूंथा जाऊं, चाह नहीं देवों के सिर चढ़ अपने भाग्य पर ठिलाऊं, मुझे तोड़ लेना बनमाली उस पथ पर देना तुम फेंक, मातृभूमि पर शीश चढ़ाने जिस पथ जामे वीर अनेक, जिस पथ जामे वीर अनेक। सो आओ आज नायक सूबेदार सतनाम सिंह जी की दूसरी वर्षी के मौके पर हम सब ये संकल्प लें कि जो सपना इन शहीदों ने देखा है सभी मिलकर उनके सपनों की सोच पर पहरा देते हुए उनके पदचिन्हों पर चलें और उनके परिवारों को मान सम्मान देकर उनका मनोबल बढ़ाएं। यही आज के दिन पर इस अमर योद्धा को सच्ची श्रद्धांजलि होगी। एक बार फिर मैं गांव भोजराज की इस बलिदानी मिट्टी को कोटि कोटि प्रणाम करता हूं, जिस मिट्टी ने 2 साल पहले एक सपूत देश की बलिवेदी पर कुर्बान किया। इस अमर शहीद के बहादुर माता श्रीमती कश्मीर कौर, उनके बहादुर पिता सरदार जगीर सिंह जी, उनके भाई सूबेदार सुखचैन सिंह जी, उनकी पत्नी मेरी बहन जसविंदर कौर जी, उनके बच्चे प्रभजोत सिंह, बेटी संदीप जी, इन सब के चरणों में मैं कोटि कोटि शीश झुकाता हूँ कि ये परिवार जो हैं समाज के लिए प्रेरणा स्रोत हैं और समाज को ये संदेश देते हैं कि हमने अपने घर का चिराग देश की बड़ी वेदी पर कुर्बान कर दिया, फिर भी हम समाज से फोकस से जी रहे हैं, सिर उठा के जी रहे हैं, क्योंकि नायक सूबेदार सतनाम सिंह जी ने अपना बलिदान देकर इस परिवार का जो कद है आसमान से भी ऊँचा कर दिया। धन्यवाद। जय हिंद, जय भारत। ਅੱਜ ਆਪਾਂ ਅਮਰ ਸ਼ਹੀਦ सूबेदार सतनाम सिंह ਦੀ दूसरी बरसी 'ਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਏ ਆ। ਤਾਂ ਚੰਗੀ ਗੱਲ ਹੈ, ਇਹਨਾਂ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਇਹਨਾਂ ਸ਼ਹੀਦਾਂ ਦੇ ਕਰਕੇ ਹੀ ਆਪਾਂ ਜਿਹੜੀ ਨੀਂਦ ਆ ਸੌਂਦੇ ਆ। ਇਹ ਬਾਰਡਰਾਂ ਦੇ ਸਾਡੀ ਰਾਖੀ ਕਰਦੇ ਨੇ, ਇਹਨਾਂ ਦੇ ਬਦੌਲਤ ਹੀ ਅਸੀਂ ਜਿਹੜੇ ਆਪਣਾ ਜ਼ਿੰਦਗੀ ਦੇ ਸੁੱਖ ਆਨੰਦ ਜਿਹੜੇ ਮਾਣਦੇ ਆ। ਸ਼ਹੀਦਾਂ ਨੂੰ ਸਦਾ ਹਮੇਸ਼ਾ ਯਾਦ ਰੱਖਣਾ ਚਾਹੀਦਾ। ਇਹਨਾਂ ਦੀਆਂ ਬਰਸੀਆਂ, ਇਹਨਾਂ ਦੇ ਮੇਲੇ, ਇਹਨਾਂ ਦੀਆਂ ਯਾਦਗਾਰਾਂ ਜਿਹੜੀਆਂ ਸਰਕਾਰਾਂ ਨੂੰ ਬਣਾਉਣੀਆਂ ਚਾਹੀਦੀਆਂ ਤੇ ਇਹਨਾਂ ਨਾਲ ਵੱਧ ਚੜ੍ਹ ਕੇ ਇਹਨਾਂ ਪਰਿਵਾਰਾਂ ਦਾ ਜਿਹੜਾ ਸਾਥ ਉਹ ਦੇਣਾ ਚਾਹੀਦਾ। ਅੱਜ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ 20 ਸ਼ਹੀਦ ਦੇ ਵਿੱਚੋਂ ਨਾਇਬ ਸੂਬੇਦਾਰ ਸਤਨਾਮ ਸਿੰਘ ਦੀ 2 ਸਾਲਾ ਸਾਲਾਨਾ ਬਰਸੀ ਸੀਗੀ। ਜਿਹੜੇ 2 ਸਾਲ ਹੋ ਗਏ ਆ, ਪਤਾ ਨਹੀਂ ਚੱਲਿਆ ਕਿ 2 ਸਾਲ ਕਿਸ ਤਰ੍ਹਾਂ ਦੁੱਖ ਦੇ ਵਿੱਚ ਗੁਜ਼ਰ ਗਏ। ਪਰਿਵਾਰ ਦਾ ਘਾਟਾ ਕਦੀ ਪੂਰਾ ਨਹੀਂ ਹੋ ਸਕਦਾ, ਪਰ ਕਹਿੰਦੇ ਨਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਆ, ਤੇ ਮੇਰੇ ਵੀਰ ਸੂਰਬੀਰ ਯੋਧੇ ਨੇ ਗਲਵਾਨ ਘਾਟੀ ਵਿੱਚ ਲੜਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਸੀਗਾ ਤੇ ਇੱਕ ਸੂਰਮਤਾ ਦਿਖਾਈ। ਔਰ ਮੈਂ ਵੀ ਇੱਕ ਸੈਨਿਕ ਹੈ, ਮੈਨੂੰ ਪਤਾ ਕਿ ਸੈਨਿਕ ਸ਼ਹੀਦ ਦਾ ਰੁਤਬਾ ਕੀ ਹੁੰਦਾ। ਅੱਜ ਮੇਰੇ ਵੀਰ ਨੇ 2 ਸਾਲ ਹੋ ਗਏ ਸ਼ਹੀਦ ਹੋਏ ਨੂੰ। ਸਾਨੂੰ ਸਮਾਜ ਵਿੱਚ ਸਿਰ ਉੱਚਾ ਕਰਕੇ ਜੀਣ ਦੀ ਜਾਚ ਦੱਸ ਕੇ ਗਏ ਨੇ ਵੀ ਕਿਵੇਂ
ਸ਼ਹੀਦ ਦੇ ਪਰਿਵਾਰ ਕਿਵੇਂ ਜਿੰਦੇ ਨੇ। 10 ਟੈਲੀਨਿਊਜ਼ ਦੇ ਗੁਰਦਾਸਪੁਰ ਤੋਂ ਲਵਪ੍ਰੀਤ ਖੁਸ਼ੀਪੁਰ ਦੀ ਰਿਪੋਰਟ।